हेलो प्लस टू क्लास ਤਾਂ ਸੈਸ਼ਨ 14th ਸ਼ੁਰੂ ਕਰਦੇ ਹਾਂ ਜੀ। ਗਾਹਕ ਦੇ ਪ੍ਰਸ਼ਨਾਂ ਨੂੰ ਹੱਲ ਕਰਨਾ, ਹੈਂਡਲਿੰਗ ਕਸਟਮਰ ਕੁਐਰੀਜ਼। ਤਾਂ ਅੱਜ ਵੀ ਆਪਾਂ ਐਜ਼ ਅ ਸੀਐਸਆਰ ਹੀ ਐਕਟ ਕਰਾਂਗੇ। ਇਟ ਮੀਨਸ ਕਿ ਆਪਾਂ ਐਜ਼ ਅ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਬਣ ਕੇ ਸੋਚਾਂਗੇ ਕਿ ਜੇ ਸਾਡੇ ਕੋਲ ਕੋਈ ਸਾਡਾ ਕਸਟਮਰ ਆਂਦਾ ਤਾਂ ਉਹਨਾਂ ਦੀ ਕੁਐਰੀਜ਼ ਨੂੰ ਆਪਾਂ ਕਿਵੇਂ ਹੱਲ ਕਰ ਸਕਦੇ ਹਾਂ। ਤਾਂ ਦੇਖਦੇ ਹਾਂ ਜੀ ਅੱਜ ਦਾ ਸੈਸ਼ਨ ਜੋ ਹੈ, ਤਾਂ ਇਸ ਦੇ ਵਿੱਚ ਆਪਾਂ ਥੋੜਾ ਹਾਈਲਾਈਟ ਕਰਕੇ ਦੱਸਦੇ ਹਾਂ ਤੁਹਾਨੂੰ। ਜੇਕਰ ਤੁਸੀਂ ਕਸਟਮਰ ਸਰਵਿਸ ਜਾਂ ਸੇਲਸ ਰਿਪਰੈਜ਼ੈਂਟੇਟਿਵ ਵਜੋਂ ਕੰਮ ਕਰਦੇ ਹੋ ਤਾਂ ਤੁਹਾਨੂੰ ਆਪਣੇ ਗਾਹਕਾਂ ਵੱਲੋਂ ਪੁੱਛੇ ਜਾਣ ਵਾਲੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣੇ ਪੈਣਗੇ। ਇਟਸ ਕੁਆਇਟ ਓਬਵੀਅਸ ਕਿ ਜੇ ਤੁਸੀਂ ਐਜ਼ ਅ ਸੀਐਸਆਰ ਕੰਮ ਕਰ ਰਹੇ ਹੋ ਤਾਂ ਤੁਹਾਡਾ ਕਸਟਮਰ ਤੁਹਾਡੇ ਤੋਂ ਬਹੁਤ ਸਾਰੇ ਪ੍ਰਸ਼ਨ ਪੁੱਛ ਸਕਦਾ ਹੈ ਜਿਸ ਦੇ ਆਨਸਰ ਤੁਸੀਂ ਦਵੋਗੇ। ਤਾਂ ਦੇਖਦੇ ਹਾਂ ਜੀ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਵਾਕ ਜਿਨ੍ਹਾਂ ਨੂੰ ਅਸੀਂ ਐਜ਼ ਅ ਸੀਐਸਆਰ ਬਹੁਤ ਜ਼ਿਆਦਾ ਵਰਤਾਂਗੇ। ਹਾਊ ਕੈਨ ਆਈ ਹੈਲਪ ਯੂ ਮੈਮ ਜਾਂ ਸਰ, ਵੀ ਮੈਂ ਤੁਹਾਡੀ ਕਿਸ ਪ੍ਰਕਾਰ ਸਹਾਇਤਾ ਕਰ ਸਕਦਾ। ਇਜ਼ ਦੇयर ਐਨੀਥਿੰਗ ਐਲਸ ਆਈ ਕੈਨ ਹੈਲਪ ਯੂ ਵਿਦ। ਇਸ ਤੋਂ ਇਲਾਵਾ ਕੁਝ ਹੋਰ ਹੈ ਮੈਂ ਤੁਹਾਡੀ ਜਿਸ ਮੈਟਰ ਤੇ ਹੈਲਪ ਕਰ ਸਕਦਾ। ਆਫ ਕੋਰਸ ਆਈ ਕੈਨ ਹੈਲਪ ਯੂ ਵਿਦ ਦੈਟ, ਵੀ ਜ਼ਰੂਰ ਮੈਂ ਤੁਹਾਡੀ ਇਸ ਮੈਟਰ ਤੇ ਹੈਲਪ ਕਰ ਸਕਦਾ। ਇਟਸ ਮਾਈ ਪਲੇਜ਼ਰ ਮੈਮ ਜਾਂ ਸਰ, ਵੀ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੀ ਹੈਲਪ ਕਰਕੇ। ਇਟ ਵਾਜ਼ ਅ ਪਲੇਜ਼ਰ ਸਰਵਿੰਗ ਯੂ ਮੈਮ ਸਰ, ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਸੇਮ ਵਾਕ ਹੈ। I am glad I could help. Is there anything else you would like to know मैम या सर, ਵੀ ਇਸ ਤੋਂ ਇਲਾਵਾ ਕੁਝ ਹੋਰ ਹੈ ਜੇ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ। ਤਾਂ ਇਹ ਸਾਰੇ ਵਾਕ ਸੀਗੇ ਆਪਣੇ ਕੋਲ ਜਿਹੜੇ ਆਪਾਂ ਨਾਰਮਲੀ ਯੂਜ਼ ਕਰਾਂਗੇ ਜਦੋਂ ਆਪਾਂ ਆਪਣੇ ਕਸਟਮਰ ਦੇ ਨਾਲ ਡੀਲ ਕਰ ਰਹੇ ਹਾਂ। ਜਦੋਂ ਇੱਕ ਕਸਟਮਰ ਸਰਵਿਸ ਜਾਂ ਸੇਲਸ ਰਿਪਰੈਜ਼ੈਂਟੇਟਿਵ ਨੂੰ ਗਾਹਕ ਦੁਆਰਾ ਕਾਲ ਕੀਤੀ ਜਾਂਦੀ ਹੈ ਤਾਂ ਉਸ ਨੂੰ ਗਾਹਕ ਨਾਲ ਬੜੇ ਹੀ ਨਿਮਰਤਾ ਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ। ਇਹ ਆਪਾਂ ਪਿਛਲੇ ਸੈਸ਼ਨਸ ਦੇ ਵਿੱਚ ਵੀ ਦੇਖਿਆ ਕਿ ਜੇ ਗੁੱਸੇ ਵਾਲਾ ਕਸਟਮਰ ਹੈ ਜਾਂ ਨਾਰਮਲ ਕਸਟਮਰ ਵੀ ਹੈ ਤਾਂ ਵੀ ਆਪਾਂ ਨੂੰ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਤੇ ਪੁੱਛਣਾ ਚਾਹੀਦਾ। ਜਿਵੇਂ ਉਰੇ ਇੱਕ ਐਗਜ਼ਾਮਪਲ ਹੈ, ਹਾਊ ਕੈਨ ਆਈ ਹੈਲਪ ਯੂ ਸਰ ਜਾਂ ਮੈਮ। ਦੈਨ ਨੈਕਸਟ ਇਹਨਾਂ ਨੇ ਕਿਹਾ ਹੈ ਕਿ ਕਸਟਮਰ ਸਰਵਿਸ ਜਾਂ ਸੇਲਸ ਰਿਪਰੈਜ਼ੈਂਟੇਟਿਵ ਗਾਹਕ ਨੂੰ ਇਹ ਵੀ ਆਖ ਸਕਦਾ ਹੈ ਕਿ ਤੁਹਾਡੀ ਭਵਿੱਖ ਵਿੱਚ ਵੀ ਮੁਸ਼ਕਲ ਵਿੱਚ ਸਹਾਇਤਾ ਕਰਨ ਲਈ ਤਿਆਰ ਹੈ। ਤਾਂ ਬਹੁਤ ਹੀ ਅੱਛਾ ਵਾਕ ਹੈ ਜੀ। ਤਾਂ ਤੁਸੀਂ ਆਪਣੇ ਕਸਟਮਰ ਨੂੰ ਕਹਿ ਸਕਦੇ ਹੋ ਕਿ ਇਨ ਫਿਊਚਰ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀ ਤੁਸੀਂ ਉਹਨਾਂ ਦੀ ਹੈਲਪ ਕਰੋਗੇ। ਦੈਨ ਕੁਝ ਮਹੱਤਵਪੂਰਨ ਯਾਦ ਰੱਖਣ ਯੋਗ ਗੱਲਾਂ ਜੋ ਆਪਾਂ ਨੇ ਯਾਦ ਰੱਖਣੀਆਂ ਨੇ। ਹਰ ਵਾਰੀ ਇਹ ਪੁਆਇੰਟ ਆ ਰਿਹਾ ਜੀ, ਧਿਆਨ ਨਾਲ ਸੁਣੋ, ਧਿਆਨ ਨਾਲ ਸੁਣੋ। ਹੁਣ ਦੇਖੋ ਰਾਜੇ, ਚਾਹੇ ਤੁਸੀਂ ਐਜ਼ ਅ ਸੀਐਸਆਰ ਹੋ, ਚਾਹੇ ਤੁਸੀਂ ਐਜ਼ ਅ ਸਟੂਡੈਂਟ ਹੋ, ਚਾਹੇ ਤੁਸੀਂ ਐਜ਼ ਅ ਨਾਰਮਲ ਪਰਸਨ ਹੋ, ਤਾਂ ਵੀ ਤੁਸੀਂ ਧਿਆਨ ਨਾਲ ਸੁਣਨਾ ਹੈ। ਕਿਸੇ ਦੀ ਕਹੀ ਗਈ ਗੱਲ ਨੂੰ ਧਿਆਨ ਨਾਲ ਸੁਣੋ ਤਾਂ ਕਿ ਤੁਹਾਨੂੰ ਸਮਝ ਆ ਜਾਏ ਤੇ ਤੁਸੀਂ ਪ੍ਰੋਬਲਮ ਨੂੰ ਸਮਝ ਸਕੋ ਜਾਂ ਸਿਚੁਏਸ਼ਨ ਨੂੰ ਸਮਝ ਸਕੋ। ਨੈਕਸਟ ਹੈ ਵਿਆਖਿਆ ਕਰਨੀ, ਪੈਰਾਫਰੇਜ਼ਿੰਗ। ਕਹੀ ਗਈ ਗੱਲ ਨੂੰ ਆਪਣੇ ਸ਼ਬਦਾਂ ਦੇ ਵਿੱਚ ਰਿਪੀਟ ਕਰੋ ਸੋ ਡੈਟ ਕਸਟਮਰ ਸੋਚੇ ਜਾਂ ਸਾਹਮਣੇ ਵਾਲਾ ਪਰਸਨ ਸੋਚੇ ਕਿ ਉਸ ਦੀ ਗੱਲ ਤੁਹਾਨੂੰ ਸਮਝ ਆ ਚੁੱਕੀ ਹੈ। ਪ੍ਰੈਕਟੀਕਲ ਜਾਣਕਾਰੀ ਮੁਹੱਈਆ ਕਰੋ। ਇਸ ਤੋਂ ਜਸਟ ਪਿਛਲਾ ਸੈਸ਼ਨ ਆਪਾਂ ਕੀਤਾ ਸੀ ਕਿ ਪ੍ਰੈਕਟੀਕਲ ਜਾਣਕਾਰੀ ਕਿੱਦਾਂ ਮੁਹੱਈਆ ਕਰਵਾਉਂਦੇ, ਜਿਸ ਦੇ ਵਿੱਚ ਆਪਾਂ ਇੱਕ ਫੋਨ ਨੂੰ ਅਸਿਸਟ ਕਰ ਰਹੇ ਸੀ, ਫੋਨ ਕਾਲ ਨੂੰ ਅਸਿਸਟ ਕਰਕੇ ਫੋਨ ਸੈੱਟ ਕਰਨ ਦੀ ਸੈਟਿੰਗਸ ਦੱਸ ਰਹੇ ਸੀ। ਤਾਂ ਐਦਾਂ ਦੀ ਜਾਣਕਾਰੀ ਆਪਾਂ ਮੁਹੱਈਆ ਕਰਵਾ ਸਕਦੇ ਹਾਂ। ਅਗੇਨ ਸਟਾਰਟਿੰਗ ਦੇ ਪੜ੍ਹਿਆ ਸੀ, ਮੁਸਕਰਾਓ। ਚਾਹੇ ਤੁਸੀਂ ਨਹੀਂ ਦਿਖ ਰਹੇ ਹੋ ਸਾਹਮਣੇ ਵਾਲੇ ਨੂੰ, ਪਰ ਸਮਾਈਲ ਦੇ ਨਾਲ ਤੁਹਾਡਾ ਕੌਨਫੀਡੈਂਸ ਜਾਂ ਤੁਹਾਡੀ ਟੋਨ ਦੇ ਵਿੱਚ ਕਾਫੀ ਫਰਕ ਆਉਂਦਾ ਹੈ। ਤਾਂ ਸਮਾਈਲਿੰਗ ਇਜ਼ ਬੈਸਟ ਥਿੰਗ। ਅਭਿਆਸ ਦੇਖਦੇ ਹਾਂ ਜੀ ਅੱਗੇ। ਅਭਿਆਸ ਦੇ ਵਿੱਚ ਕੀ ਕਰਨਾ, ਕਸਟਮਰ ਦੇ ਪ੍ਰਸ਼ਨਾਂ ਦੇ ਜਵਾਬ ਦੇਣਾ। ਕਿਵੇਂ ਆਪਾਂ ਜਵਾਬ ਦੇ ਸਕਦੇ ਹਾਂ ਤਾਂ ਪੜ੍ਹਦੇ ਹਾਂ। ਇਹਨਾਂ ਦੀ ਹੈਡਿੰਗ ਕਿਹਾ ਹੈ, ਗਾਹਕ ਅਤੇ ਕਸਟਮਰ ਸੇਲਸ ਰਿਪਰੈਜ਼ੈਂਟੇਟਿਵ ਵਿੱਚ ਗੱਲਬਾਤ ਨੂੰ ਪੂਰਾ ਕਰਨ ਲਈ ਜੰਬਲਡ ਸ਼ਬਦਾਂ ਦੁਆਰਾ ਤਰਤੀਬ ਵਿੱਚ ਲਿਖੋ। ਹੁਣ ਦੇਖੋ ਉਰੇ ਕੁਝ ਇਟੈਲਿਕ ਸ਼ਬਦ ਦਿੱਤੇ ਹੋਏ ਨੇ, ਟੇਢੇ ਕਰਕੇ ਸ਼ਬਦ ਦਿੱਤੇ ਆ, ਉਹ ਉਲਟੇ ਸਿੱਧੇ ਲਗਾਏ ਹੋਏ ਆ ਸ਼ਬਦ। ਤਾਂ ਇਹਨਾਂ ਨੂੰ ਅਸੀਂ ਇੱਕ ਤਰਤੀਬ ਦੇ ਵਿੱਚ ਲਗਾਉਣਾ। ਤਾਂ ਇੱਕ ਮੈਂ ਦੱਸ ਦਿੰਦਾ, ਬਾਕੀ ਇਹ ਕਰਨ ਦੀ ਲੋੜ ਨਹੀਂ ਹੈ, ਮੇਰੇ ਸਟੂਡੈਂਟਸ ਨੂੰ ਕਰਨ ਦੀ ਲੋੜ ਨਹੀਂ ਹੈ। ਜੇ ਤੁਸੀਂ ਕਿਸੇ ਹੋਰ ਸਕੂਲ, ਇੱਕ ਵਾਰੀ ਆਪਣੇ ਟੀਚਰ ਤੋਂ ਕਨਫਰਮ ਕਰੋ। ਜਿਵੇਂ ਕੁਡ ਯੂ ਟੈਲ ਮੀ ਵਟਸ ਰੋਂਗ ਵਿਦ ਮੀ, ਐਦਾਂ ਆਪਾਂ ਕਰੈਕਟ ਕਰਕੇ ਲਿਖ ਸਕਦੇ ਹਾਂ। ਤਾਂ ਇਹ ਇੱਕ ਜਸਟ ਰੋਲ ਪਲੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਲਾਸ ਐਕਟੀਵਿਟੀ ਹੈ, ਇਹ ਇੰਨੀ ਇੰਪੋਰਟੈਂਟ ਨਹੀਂ ਕਹਿ ਸਕਦੇ। ਤਾਂ ਫਾਈਨਲੀ ਜੀ ਗ੍ਰਾਮਰ ਪੋਰਸ਼ਨ ਦੇ ਵਿੱਚ ਬੜੀ ਹੀ ਮਜ਼ੇਦਾਰ ਚੀਜ਼ ਹੈ ਰਿਪੋਰਟਡ ਸਪੀਚ। ਕਾਫੀ ਟ੍ਰਿਕੀ ਚੀਜ਼ ਵੀ ਹੈ, ਕਾਫੀ ਜਣਾਂ ਨੂੰ ਆਉਂਦੀ ਹੈ, ਕਾਫੀ ਜਣਾਂ ਨੂੰ ਨਹੀਂ ਆਉਂਦੀ ਹੈ। ਤਾਂ ਇਸ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਡਾਇਰੈਕਟ ਐਂਡ ਰਿਪੋਰਟਡ ਸਪੀਚ ਦੇਖਦੇ ਹਾਂ, ਜਿਸ ਨੂੰ ਆਪਾਂ ਨਰੇਸ਼ਨ ਵੀ ਕਹਿ ਦਿੰਦੇ ਹਾਂ। ਹੁਣ ਰਾਜੇ ਡਾਇਰੈਕਟ ਸਪੀਚ ਹੁੰਦੀ ਹੈ ਕਿਸੇ ਦੇ ਕਹੇ ਗਏ ਸ਼ਬਦ
वैसे ही ਆਪਾਂ ਨੇ ਬਿਆਨ ਕਰਤੇ। ਜਿਵੇਂ एग्जाम्पल ਦੇ तौर ਤੇ लेट्स सपोज कि एक स्टूडेंट है मुस्कान, मैं कहा मुस्कान +2 ਦੀ बुक खोल लवो, ਤੇ एक स्टूडेंट है रेनू, ਤੇ रेनू डायरैक्टली कहे कि सर ने कहा मुस्कान +2 ਦੀ बुक खोल लवो। ਤਾਂ ਇਹ ਤਾਂ ਹੋ ਗਈ ਡਾਇਰੈਕਟ ਸਪੀਚ। ਕਿਸੇ ਦੇ ਕਹੇ ਗਏ ਸ਼ਬਦਾਂ ਨੂੰ ਆਪਣੇ ਹੀ ਸ਼ਬਦਾਂ ਦੇ ਵਿੱਚ ਡਾਇਰੈਕਟਲੀ ਜਿਵੇਂ ਮੈਂ ਕਿਹਾ ਸੀ ਉਦਾਂ ਹੀ ਐਕਸਪਲੇਨ ਕਰਤਾ। ਰਿਪੋਰਟਡ ਸਪੀਚ ਹੁੰਦੀ ਹੈ ਕਿਸੇ ਦੇ ਕਹੇ ਗਏ ਸ਼ਬਦ ਨੂੰ ਥੋੜਾ ਜਿਹਾ ਪੈਰਾਫਰੇਜ਼ ਕਰਕੇ ਦੱਸਣਾ ਆਪਣੇ ਹੀ ਸ਼ਬਦਾਂ ਦੇ ਵਿੱਚ। ਜਿਵੇਂ ਸੇਮ ਵਾਕ ਲੈਂਦੇ ਆ, ਮੁਸਕਾਨ ਬੁੱਕ ਖੋਲ ਲਵੋ, ਤਾਂ ਰੇਨੂ ਕਿੱਦਾਂ ਕਹੇਗੀ ਵੀ ਸਰ ਨੇ ਕਿਹਾ ਕਿ ਉਹ ਬੁੱਕ ਖੋਲ ਲਵੇ। ਐਦਾਂ ਇਸ ਤਰੀਕੇ ਨਾਲ ਆਪਾਂ ਕਨਵਰਟ ਕਰਕੇ ਦੱਸ ਸਕਦੇ ਹਾਂ ਕਿ ਰਿਪੋਰਟਡ ਸਪੀਚ ਐਂਡ ਡਾਇਰੈਕਟ ਸਪੀਚ ਕੀ ਹੁੰਦੀ ਹੈ। ਤਾਂ ਇਸ ਦੇ ਰਾਜੇ ਕੁਝ ਰੂਲਸ ਹੁੰਦੇ ਆ। ਅਗੇਨ ਜੇ ਤੁਸੀਂ ਟੈਂਸਿਸ ਦੀ ਨੌਲੇਜ ਰੱਖਦੇ ਹੋ ਤਾਂ ਇਹ ਵੀ ਤੁਹਾਨੂੰ ਬਹੁਤ ਜਲਦੀ ਸਮਝ ਆਏਗਾ, ਤੇ ਐਕਟਿਵ ਪੈਸਿਵ ਵੌਇਸ ਦੀ ਨੌਲੇਜ ਜੇ ਰੱਖਦੇ ਹੋ ਤਾਂ ਵੀ ਰਿਪੋਰਟਡ ਸਪੀਚ ਕਾਫੀ ਈਜ਼ੀਲੀ ਸਮਝ ਆਉਣਗੀਆਂ। ਤਾਂ ਉਹ ਵੀਡੀਓਜ਼ ਮੈਂ ਬਣਾ ਚੁੱਕਿਆ, ਉਹ ਪਹਿਲਾਂ ਤੁਸੀਂ ਦੇਖ ਲਿਓ ਟੈਂਸਿਸ ਦੀ ਤੇ ਐਕਟਿਵ ਪੈਸਿਵ ਦੀ, ਸੋ ਦੈਟ ਤੁਹਾਨੂੰ ਸਮਝ ਆ ਜੇ। ਤਾਂ ਇਸ ਦੇ ਵਿੱਚ ਹੇਠਾਂ ਦਿੱਤੇ ਵਿੱਚ ਆਪਸ਼ਨ ਨੂੰ ਚੁਣੋ ਜੋ ਕਿ ਡਾਇਰੈਕਟ ਸਪੀਚ ਅਨੁਸਾਰ ਹੈ। ਤਾਂ ਜੋ ਡਾਇਰੈਕਟ ਸਪੀਚ ਹੈ ਉਸ ਨੂੰ ਚੁਣਨਾ ਹੈ। ਤਾਂ ਕਸਟਮਰ ਆਸਕਡ ਦ ਸੇਲਸ ਪਰਸਨ ਇਫ ਦੈਟ ਟੀਵੀ ਵਾਜ਼ ਔਨ ਸੇਲ। ਤਾਂ ਇਸ ਦਾ ਆਨਸਰ ਆਏਗਾ ਇਜ਼ ਦਿਸ ਟੀਵੀ ਔਨ ਸੇਲ। ਦ ਸੇਲਸ ਪਰਸਨ ਟੋਲਡ ਦ ਕਸਟਮਰ ਦੈਟ ਦ ਟੀਵੀ ਵਾਜ਼ ਨੋਟ ਔਨ ਸੇਲ। ਦ ਟੀਵੀ ਨੋਟ ਔਨ ਸੇਲ। ਐਦਾਂ ਕਰਕੇ ਆਪਾਂ ਆਨਸਰ ਦੇ ਸਕਦੇ। ਇਹ ਸਿਰਫ 2 ਕੇ ਕੀਤੇ ਆ ਮੈਂ, ਬਾਕੀ ਇਹਨਾਂ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਹੈ ਹਲੇ ਜਦ ਤੱਕ ਤੁਹਾਨੂੰ ਰੂਲਸ ਨਹੀਂ ਪਤਾ। ਤਾਂ ਮੁਲਾਂਕਣ ਦੇ ਵਿੱਚ ਥੋੜਾ ਜਿਹਾ ਇੱਕ ਵਾਰੀ ਚੈੱਕ ਕਰ ਲੈਂਦੇ ਆ ਡਾਇਰੈਕਟ ਐਂਡ ਰਿਪੋਰਟਡ ਸਪੀਚ ਦੇ ਵਿੱਚ। ਜਿਵੇਂ ਅਨੁਸ਼ਕਾ ਸ਼ੈਲ ਆਈ ਗਿਵ ਦ ਪ੍ਰੈਜੈਂਟੇਸ਼ਨ। ਹੁਣ ਇੱਥੇ ਸਮਝਣ ਦੀ ਕੋਸ਼ਿਸ਼ ਕਰੋ। ਅਨੁਸ਼ਕਾ ਨਾਮ ਦੀ ਕੁੜੀ ਕਿਸੇ ਬੌਸ ਨੂੰ ਜਾਂ ਆਪਣੇ ਸੀਨੀਅਰ ਨੂੰ ਪੁੱਛ ਰਹੀ ਹੈ। ਹੁਣ ਪੂਰੇ ਧਿਆਨ 'ਚ ਰੱਖਣਾ, ਪੁੱਛਣਾ ਮਤਲਬ ਆਸਕਿੰਗ। ਪੁੱਛ ਰਹੀ ਹੈ ਵੀ ਸ਼ੈਲ ਆਈ ਗਿਵ ਦ ਪ੍ਰੈਜੈਂਟੇਸ਼ਨ, ਕਿ ਕਿਆ ਮੈਂ ਪ੍ਰੈਜੈਂਟੇਸ਼ਨ ਦੇ ਸਕਦੀ ਹਾਂ। ਤਾਂ ਰਿਪੋਰਟਡ ਸਪੀਚ ਦੇ ਵਿੱਚ ਉਹੀ ਚੀਜ਼ ਆਪਾਂ ਕਹਿ ਰਹੇ ਹਾਂ, ਅਨੁਸ਼ਕਾ ਆਸਕਡ ਵੀ ਅਨੁਸ਼ਕਾ ਨੇ ਪੁੱਛਿਆ। ਇਫ ਕੁਐਸਚਨ ਹੈ ਕਿਉਂਕਿ ਸ਼ੈਲ ਤੋਂ ਸ਼ੁਰੂ ਹੋ ਰਿਹਾ, ਹੈਲਪਿੰਗ ਵਰਬ ਬਾਹਰ ਹੈ, ਕੁਐਸਚਨ ਹੈ। ਤਾਂ ਇਫ ਸ਼ੀ ਵੁੱਡ ਜਾਂ ਸ਼ੁੱਡ ਗਿਵ ਦ ਪ੍ਰੈਜੈਂਟੇਸ਼ਨ। ਤਾਂ ਇਸ ਤਰੀਕੇ ਨਾਲ ਅਸੀਂ ਕਨਵਰਟ ਕਰ ਸਕਦੇ ਹਾਂ। ਨੈਕਸਟ ਜੋ ਮੁਲਾਂਕਣ ਦੀ ਸ਼ੀਟ ਹੈ ਇਸ ਨੂੰ ਮੈਂ ਆਲਰੇਡੀ ਫਿਲ ਕੀਤਾ ਹੋਇਆ, ਪਰ ਰਾਜੇ ਇਹਨਾਂ ਨੂੰ ਕਰਨ ਦਾ ਫਾਇਦਾ ਤਾਂ ਹੈ ਜੇ ਤੁਹਾਨੂੰ ਰੂਲਸ ਪਤਾ ਹੋਣਗੇ। ਤਾਂ ਮੈਂ ਜਲਦੀ ਤੋਂ ਤੁਹਾਡੇ ਲਈ ਰੂਲਸ ਓਪਨ ਕਰ ਦਿੰਦਾ। ਓਕੇ ਗਾਇਜ਼, ਨਾਓ ਦਿਸ ਇਜ਼ ਆਵਰ ਰੂਲ। ਤਾਂ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿੱਥੋਂ ਸ਼ੁਰੂ ਕਰਨਾ ਹੈ। ਇਨਡਾਇਰੈਕਟ ਸਪੀਚ ਰੂਲ ਫॉर ਆਲ ਟੈਂਸਿਸ। ਤਾਂ ਰੂਲਸ ਕੀ ਕਹਿੰਦੇ ਨੇ, ਜਿਵੇਂ ਡਾਇਰੈਕਟ ਚੇਂਜ ਇਨਟੂ ਇਨਡਾਇਰੈਕਟ ਕਿਵੇਂ ਕਰਾਂਗੇ। अगर प्रेजेंट सिंपल वाक है तो मैं मार्क करके दसदा। जिवें फर्स्ट है, अगर प्रेजेंट सिंपल वाक है इसनूं पास्ट सिंपल दे विच कन्वर्ट करूँ। प्रेजेंट प्रोग्रेसिव मतलब कंटीन्यूअस है तो पास्ट कंटीन्यूअस ते चेंज कर दो। प्रेजेंट परफेक्ट है तो पास्ट परफेक्ट दे विच चेंज कर दो। प्रेजेंट परफेक्ट प्रोग्रेसिव टेंस है मतलब कंटीन्यूअस है तो पास्ट परफेक्ट दे विच ही चेंज करना है। तो नेक्स्ट आंदा है पास्ट सिंपल टेंस है अगर तो उसनूं पास्ट परफेक्ट दे विच बदलो। पास्ट कंटीन्यूअस है तो परफेक्ट कंटीन्यूअस दे विच बदल दो। पास्ट परफेक्ट टेंस है इसनूं आपां अनचेंज्ड रखांगे। अगर पास्ट परफेक्ट कंटीन्यूअस है तो टेंस रिमेन अनचेंज्ड, भी कोई चेंज नहीं होएगा। फ्यूचर सिंपल टेंस है तो विल जो है वो वुड दे विच चेंज होएगा। अगर फ्यूचर कंटीन्यूअस है तो विल अगेन वुड बी, जिहड़ा विल बी लग्या हुंदा वुड बी दे विच। अगर फ्यूचर परफेक्ट टेंस है वुड हैव, विल हैव वुड हैव दे विच होएगा। लास्ट वन इज फ्यूचर प्रोग्रेसिव दैट इज फ्यूचर परफेक्ट कंटीन्यूअस है तो वो चेंज होएगा वुड हैव बीन। जो विल हैव बीन रूल है वो वुड हैव बीन। इस दे विच भी वही दस्या होया नरेशन या इनडायरैक्ट एंड डायरैक्ट स्पीच नूं आपां क्या कहने आ। द आर्ट ऑफ रिपोर्टिंग द वर्ड ऑफ अ स्पीकर इज कॉल्ड नरेशन। हाँ, किसी स्पीकर दे कहे गए शब्दों को रिपीट करना नरेशन होती है। देयर आर 2 मेन वेज ऑफ रिपोर्टिंग द वर्ड ऑफ स्पीकर, डायरैक्ट एंड इनडायरैक्ट कह सकते हैं। जिमें हुण इसनूं ध्यान नाल समझना। रामा सैड आई एम वेरी बिजी नाउ। भी राम कह रहा भी मैं बहुत बिजी हाँ हले। इन अबव एग्जाम्पल द स्पीकर, जो स्पीकर है वो कौन है, रामा। तो रामा नूं असीं रिपोर्टर कहांगे। रिपोर्टर मतलब स्पीकर।
सैड जो है वो है रिपोर्टिंग वर्ब, ਤਾਂ जो एक्शन ले रहे हैं ਆਪਾਂ मतलब बोल रहे हैं, कह रहे हैं या पूछ रहे हैं, ਤਾਂ ਉਸਨੂੰ ਆਪਾਂ ਰਿਪੋਰਟਿੰਗ ਵਰਬ ਕਹਿ ਰਹੇ ਹਾਂ। ਦੈਨ ਜੋ ਲਾਸਟ ਪੋਰਸ਼ਨ ਹੈ ਡਬਲ ਕੋਮਾ ਦੇ ਵਿੱਚ ਆਈ ਐਮ ਵੈਰੀ ਬਿਜ਼ੀ ਨਾਓ, ਤਾਂ ਉਸਨੂੰ ਆਪਾਂ ਰਿਪੋਰਟਡ ਸਪੀਚ ਕਹਿ ਦਿੰਦੇ ਹਾਂ। ਤਾਂ ਇਹਨਾਂ ਦੇ ਪੋਰਸ਼ਨਸ ਨੂੰ ਧਿਆਨ 'ਚ ਰੱਖਣਾ ਤੁਸੀਂ। ਮੈਂ ਰਿਪੀਟ ਕਰ ਰਿਹਾ, ਰਾਮਾ ਇਜ਼ ਦ ਰਿਪੋਰਟਰ, ਸੈਡ ਇਜ਼ ਰਿਪੋਰਟਿੰਗ ਵਰਬ ਐਂਡ ਆਈ ਐਮ ਵੈਰੀ ਬਿਜ਼ੀ ਨਾਓ ਇਜ਼ ਰਿਪੋਰਟਡ ਸਪੀਚ। कवर करते हैं जी इनडायरैक्ट स्पीच के नाल। बेसिक रूल्स ਤੁਹਾਨੂੰ मैं थोड़ी देर पहला ही दस के हटिया। तो इसके वैसे 4 बेसिक रूल होंगे ने जिसनों असीं 1 बाय 1 कवर करते हैं। टू चेंज द रिपोर्टिंग वर्ब अकॉर्डिंग टू द रिपोर्टेड स्पीच। हुण जिहड़ी रिपोर्टिंग वर्ब है विच वाली जिहड़ी सैड हुंदी है, टोल्ड हुंदी है, आस्क हुंदी है, उसनों अकॉर्डिंग टू रिपोर्टेड स्पीच के अकॉर्डिंग चेंज करना है। ਹੁਣ ਰਿਪੋਰਟਡ ਸਪੀਚ ਕਿਹੜੀ ਹੈ? ਆਹ ਵਾਲਾ ਪੋਰਸ਼ਨ ਰਿਪੋਰਟਡ ਸਪੀਚ ਹੈ। ਤਾਂ ਇਸ ਦੇ ਅਕੋਰਡਿੰਗ ਆਪਾਂ ਜੋ ਇਹ ਸੈਡ ਵਰਡ ਹੈ ਇਸ ਨੂੰ ਚੇਂਜ ਕਰਨਾ ਹੈ। ਸੈਡ ਜਿਵੇਂ ਟੋਲਡ ਦੇ ਵਿੱਚ ਆਪਾਂ ਬਦਲ ਦਿੰਦੇ ਹਾਂ। ਟੂ ਰਿਮੂਵ ਇਨਵਰਟਿਡ ਕੋਮਾਸ, ਤਾਂ ਇਨਵਰਟਿਡ ਕੋਮਾ ਨੂੰ ਰਿਮੂਵ ਕਰਕੇ ਕੋਈ ਕੰਜੰਕਸ਼ਨ ਵਰਡ ਆਪਾਂ ਯੂਜ਼ ਕਰ ਰਹੇ ਹਾਂ, ਜਿਵੇਂ ਡੈਟ ਹੋ ਗਿਆ ਜਾਂ ਐਂਡ ਹੋ ਗਿਆ, ਇੱਦਾਂ ਦੇ ਵਰਡਸ ਯੂਜ਼ ਕਰ ਰਹੇ ਹਾਂ। ਟੂ ਚੇਂਜ ਦ ਪ੍ਰੋਨਾਊਨ ਆਫ ਰਿਪੋਰਟਡ ਸਪੀਚ ਅਕੋਰਡਿੰਗਲੀ, ਤਾਂ ਪ੍ਰੋਨਾਊਨਸ ਨੂੰ ਚੇਂਜ ਕਰਨਾ। ਜਿਵੇਂ इस एग्जाम्पल ਨੂੰ ਲੈਂਦੇ ਆ, आई एम वेरी बिजी, ਤਾਂ आई जो वर्ड है इसनों चेंज करना, प्रोनाउन ਨੂੰ चेंज करना। चेंज द एडवर्ब ऑफ डायरैक्ट स्पीच, ਤਾਂ जो भी एडवर्ब्स ਦਿੱਤੇ ਨੇ ਉਹਨਾਂ ਨੂੰ चेंज करना। एक्टिव ਦੇ ਵਿੱਚ ਦੇਖਦੇ ਹਾਂ ਦੋ एग्जाम्पल ਦਿੱਤੀਆਂ ਹੋਈਆਂ ਨੇ। राजीव said to me, राजीव ਮੈਨੂੰ ਕਹਿ ਰਿਹਾ I shall go to the picture today। ਤਾਂ ਪੈਸਿਵ ਦੇ ਵਿੱਚ ਕਿੱਦਾਂ ਚੇਂਜ ਹੋਏਗਾ? राजीव told me, देखो said to me टोल्ड मी बन गया, टोल्ड मी डैट, हुण कॉमे हटा के डैट लग गया। ही वुड गो टू द पिक्चर डैट डे, हुण इन्ना पता लग गया कि टुडे तो डैट डे कन्वर्ट होएगा। तो जो शैल है वो कन्वर्ट हो रहा है वुड दे विच या शुड दे विच भी कन्वर्ट कर सकते हैं, आई ही दे विच कन्वर्ट हो रहा है। अगे जी कन्वर्जन देखते हैं, जिमें प्रोनाउंस के कन्वर्जन होंगे। प्रोनाउन अपने को 4 तरह के, नॉमिनेटिव, पोजैसिव, ऑब्जेक्टिव एंड रिफ्लैक्सिव। रिफ्लैक्सिव प्रोनाउन आप पहला भी किए हैं, जिवें माई सैल्फ, आवर सैल्फ। जो आई है वो अगर पोजैसिव दे विच चेंज करना है तो माई दे विच होएगा, अदरवाइज मी दे विच नहीं, माई सैल्फ दे विच चेंज होएगा। वही जो है वो अवर, अस एंड अवर सैल्फ दे विच चेंज होता है। यू है योर्स एंड यू या योर सैल्फ दे विच चेंज हो रहा है। ही जो है हिज दे विच चेंज एंड हिम दे विच चेंज हो रहा है। हिम सैल्फ दे विच भी है। शी, हर, हर सैल्फ। दे, देयर, दैम एंड दैमसैल्फ। तर इन्हां दे विचों जो चीज़ आपां नूं याद रखनी है वो है नॉमिनेटिव वाला पोर्शन जो कन्वर्ट होएगा ऑब्जेक्टिव वाले पोर्शन दे विच। इन्हां दो चीज़ां नूं आपां माइंड ते रखना, जिवें आई मी दे विच, वी अस दे विच, यू यू, ही हिम, शी हर एंड दे दैम। इन्ना समझ आया? तां नैक्सट सन रूल करते हैं, सबजैक्ट ऑब्जैक्ट एंड नो चेंज वाला। ਤਾਂ ਇਸ ਨੂੰ ਰਾਜੇ ਬਹੁਤ ਧਿਆਨ ਨਾਲ ਸਮਝਣਾ ਹੈ। ਤਾਂ ਇਹ ਕਰਨ ਤੋਂ ਪਹਿਲਾਂ ਮੈਂ ਇਹ ਉਮੀਦ ਕਰਦਾ ਕਿ ਤੁਹਾਨੂੰ ਰਿਪੋਰਟਿੰਗ ਵਰਬ, ਰਿਪੋਰਟਿੰਗ ਸਪੀਚ ਤੇ ਰਿਪੋਰਟਰ ਤਿੰਨਾਂ ਦੇ ਵਿੱਚ ਡਿਫਰੈਂਸ ਪਤਾ ਹੈ। ਤਾਂ ਤਿੰਨਾਂ ਬਾਰੇ ਤੁਹਾਨੂੰ ਪਤਾ ਹੈ। ਤਾਂ ਅੱਗੇ ਦੇਖਦੇ ਹਾਂ ਸਨ ਰੂਲ ਕਿਆ ਹੁੰਦਾ ਹੈ। ਸਨ ਦਾ ਪੂਰਾ ਨਾਮ ਹੈ ਸਬਜੈਕਟ, ऑब्जेक्ट एंड नो चेंज। 3 रूल्स हैं। ਤਾਂ ਕਿਵੇਂ ਕਰਨਾ ਹੈ ਆਪਾਂ? फर्स्ट person change to the subject of reporting verb। second person change to object of reporting verb। there is no change if it is a third person। तो ये तिने रूल्स अपन नूं दिते हुए हैं। जिमें अगर फर्स्ट पर्सन आंदा है, फर्स्ट पर्सन आंदा है, प्रोनाउंस किवें चेंज करने हैं। जिमें आ वाला पोर्शन अपने को बनया हुआ, एक एग्जाम्पल लेंगे हैं। जिमें आ वाला पोर्शन है जो ये ब्लू करके दिख रहा है सारा, तो ब्लू वाले पोर्शन के देखो आई है। तो ए वाले पोर्शन नूं आपां किवें चेंज करते हैं? हुण चेंज किवें करांगे? अगर रिपोर्टेड स्पीच दे विच कोई प्रोनाउन दिता होया तो उसनूं आपां अकॉर्डिंग टू रिपोर्टिंग वर्ब दे चेंज करांगे, उस दे सबजैक्ट दे अकॉर्डिंग चेंज करांगे। जिमें अगर फर्स्ट पर्सन है तो सबजैक्ट दे नाल चेंज कर रहे हैं, अगर सैकेंड पर्सन है तो ऑब्जेक्ट के नाल चेंज कर रहे हैं, अगर थर्ड पर्सन है तो कोई भी चेंज नहीं कर रहे हैं। तो रूल 1 देखते हैं। हुण उरे जो फर्स्ट, सैकेंड, थर्ड पर्सन भी पता होएगा थानू,
फर्स्ट पर्सन मतलब जो गल कह रहा जिमें आई या वी या मी या माई। सैकेंड पर्सन वो है जो सुन रहा जिमें यू, योर, योर्स। थर्ड पर्सन वो है जिस बारे गल कर रहे हैं जिमें ही, शी, इट, दे या किसी का नाम हो गया। तो रूल देखते हैं जी फर्स्ट वाला, फर्स्ट पर्सन प्रोनाउन ऑफ रिपोर्टेड स्पीच इज चेंज्ड अकॉर्डिंग टू सब्जेक्ट ऑफ रिपोर्टिंग वर्ब। तो रिपोर्टिंग वर्ब जो है उसके सब्जेक्ट के अकॉर्डिंग चेंज होएगा। हुण इसनूं देखते हैं। इस दे विच देखो शी रिपोर्टर है, सेज अपना रिपोर्टिंग वर्ब है, ते जो ए वाला पोर्शन है ये है रिपोर्टेड स्पीच। तो रिपोर्टेड स्पीच का जो आ वाला प्रोनाउन है अगर ये फर्स्ट पर्सन है जो आई दिता होया, मैं पेंसिल के नाल समझाना थोनू। हुण देखो अगर ये आई दिता होया तो फर्स्ट पर्सन है, तो फर्स्ट पर्सन वो इस दे सब्जेक्ट के अकॉर्डिंग चेंज होएगा अगर फर्स्ट पर्सन दिता होया। हुण फर्स्ट पर्सन दिता है तो सब्जेक्ट की है, शी है, तो ऑब्वियस है ये भी शी दे विच ही बनेगा। शी सेज दैट शी इज इन 10th क्लास। क्लियर। देन एक और एग्जाम्पल देखते हैं, आई से आई एम एन ऑनेस्ट मैन। तो जो आई है वो भी फर्स्ट पर्सन है तो इस दे अकॉर्डिंग चेंज होएगा। तो ये भी आई है तो दोवें आई होंगे। आई से डैट आई एम एन ऑनेस्ट मैन। तो सैकेंड रूल देखते हैं, सैकेंड पर्सन प्रोनाउन ऑफ रिपोर्टेड स्पीच मतलब इस हिस्से की स्पीच अगर इसका प्रोनाउन सैकेंड पर्सन है तो वो ऑब्जेक्ट के अकॉर्डिंग चेंज होगा, मतलब सेज तो बाद जो चीज़ आ रही है। एग्जाम्पल शी सेज टू मी। हूँ देखो उरे मी आ गया। यू हैव डन योर वर्क। यू सैकेंड पर्सन है तो इसके अकॉर्डिंग चेंज होएगा। तो शी टेल्स मी दैट, यू कौन है, मैनू कह रही है तो मैं मतलब आई, अकॉर्डिंग टू ऑब्जेक्ट चेंज हो रहा है। आई हैव डन माई वर्क। आई होप कि ये अजे क्लीयर होएगा थोनू क्वेश्चन, मैं ज़्यादा नहीं कवर करूँगा। रूल थर्ड देखते हैं, अगर थर्ड पर्सन दिता होया तो रिपोर्टेड स्पीच इज़ नॉट चेंज। तो इस दे विच कोई चेंजेस नहीं आएंगे। जिमें ही थर्ड पर्सन है तो ही सेज दैट ही डज नॉट वर्क हार्ड। तो इस तरीके नाल आपां कर रहे हैं। एक्सैप्शन दी हुई है, इफ रिपोर्टिंग वर्ब हैज़ यूनीवर्सल ट्रुथ या हैप्चुअल फैक्ट। अगर कोई ऐसी सच्चाई है जिसनों नहीं बदल सकते या फैक्ट है तो उस दे विच भी नो चेंज होंदा। एग्जाम्पल देखते हैं, आवर टीचर सेड द अर्थ इज राउंड। देखो यूनीवर्सल ट्रुथ है कि धरती गोल है, तो आवर टीचर सेड दैट द अर्थ इज राउंड। इस दे विच फिर रूल नहीं लगेगा ना। कुछ होर चीज़ां देखते हैं जो इंपॉर्टेंट है। हुण देखो अगर हेयर दिता होया इन डायरैक्ट स्पीच दे विच तो देयर दे विच चेंज होएगा। नाउ दिता होया तो दैन दे विच चेंज हो रहा है। दिस डैट दे विच है, दीज दोज दे विच है, टुडे दैट डे, टुनाइट दैट नाइट, यस्टरडे द प्रीवियस डे, लास्ट नाइट द प्रीवियस नाइट, टुमारो द नैक्सट डे, नैक्सट वीक द फॉलोइंग वीक। ऐदा कुछ वर्ड्स आपां नूं दिते हुए हैं जिन्होंने असीं ध्यान च रखना है। नैक्सट है रूल्स फॉर चेंज इन नरेशन इनटू डिफरेंट टाइप ऑफ सब्जेक्ट। जिवें असर्टिव सेंटेंस है कुछ, इसके कुछ रूल्स हैं तो जल्दी तो इन्हों कवर करते हैं। इफ़ देयर इज़ नो ऑब्जेक्ट आफ्टर रिपोर्टिंग वर्ब, अगर रिपोर्टिंग वर्ब तो बाद कोई ऑब्जेक्ट नहीं है, जिमें राम सैड बस, इस तो बाद मी या यू ऐदा कुछ नहीं है, तो इट शुड नॉट बी चेंज। तो चेंज नहीं करांगे। अगर इफ़ देयर इज़ सम ऑब्जेक्ट आफ्टर रिपोर्टिंग वर्ब देन सेज टू टेल्स, सेट टू टोल्ड, तो एक कन्वर्जन होगी अकॉर्डिंग टू द कॉन्टैक्सट। तो अपने कॉन्टैक्सट देखना भी किहड़े लहजे दे विच गल कही जा रही है, तो उस दे अकॉर्डिंग आपां रिप्लाइड भी लगा सकते हैं, इनफॉर्म्ड भी लगा सकते हैं, स्टेटेड भी, रिमार्क्ड, असर्टेड, रिमाइंडेड, रिपोर्टेड, कंप्लेंड, ये चीज़ां भी लगा सकते हैं। रूल 2 है पुट कंजंक्शन डैट इन प्लेस ऑफ डबल कॉमास। तो ये तो पता ही है थोड़ा चंगी तरह। नेक्स्ट है एक ये चीज़, इंटेरोगेटिव सेंटेंस काफ़ी इंपॉर्टेंट है। एन इंटेरोगेटिव सेंटेंस इज मेंट टू आस्क क्वेश्चन, देयरफॉर रिपोर्टिंग वर्ब सेट टू चेंज टू आस्क्ड। तो आस्क के विच चेंज हो जाएगी अगर सेट दिता है। सेट टू कैन ऑल्सो भी चेंज इनटू एनक्वायर्ड और डिमांडिड, इस अकॉर्डिंग भी चेंज कर सकते हैं। तो ये सीगे जी अपने रूल्स नरेशन दे। तो इसनों आपां
ਹੁਣ ਅਪਲਾਈ ਕਰਕੇ ਦੇਖਦੇ ਹਾਂ। ਇੱਥੇ ਥੋੜਾ ਜਿਹਾ ਜਲਦੀ ਕਵਰ ਕਰਾਂਗੇ, ਇੱਕ ਦੋ ਹੀ ਕਰਾਉਂਗਾ ਕਿਉਂਕਿ ਆਨਸਰ ਮੈਂ ਸਾਰੇ ਹੀ ਫਿਲ ਕੀਤੇ ਹੋਏ ਆ। ਜਿਵੇਂ ਕਸਟਮਰ ਆਈ ਗੋਟ ਦਿਸ ਗਿਫਟ ਕੂਪਨ ਯੈਸਟਰਡੇ, ਕੈਨ ਆਈ ਰਿਡੀਮ ਇਟ ਹੇਅਰ। ਹੁਣ ਦੇਖੋ ਕਸਟਮਰ ਸੇਲਜ਼ ਪਰਸਨ ਨੂੰ ਪੁੱਛ ਰਿਹਾ, ਜੋ ਕਸਟਮਰ ਹੈ ਉਹ ਸੇਲਜ਼ ਪਰਸਨ ਨੂੰ ਪੁੱਛ ਰਿਹਾ ਕਿ ਇਹ ਜਿਹੜਾ ਕੂਪਨ ਹੈ ਇਹ ਮੈਂ ਕੱਲ ਲਿਆ ਸੀ ਤਾਂ ਕਿਆ ਮੈਂ ਇਸ ਨੂੰ ਉਰੇ ਰਿਡੀਮ ਕਰ ਸਕਦਾ, ਯੂਜ਼ ਕਰ ਸਕਦਾ। ਦੇਖੋ ਹੇਅਰ ਨੂੰ ਆਪਾਂ ਪੜ੍ਹਿਆ ਸੀ ਕਿ ਦੇਅਰ ਦੇ ਵਿੱਚ ਚੇਂਜ ਕਰਦੇ ਆ, ਤੇ ਯੈਸਟਰਡੇ ਨੂੰ ਆਪਾਂ ਦਾ ਪ੍ਰੀਵੀਅਸ ਡੇ ਦੇ ਵਿੱਚ ਚੇਂਜ ਕਰਦੇ ਆ, ਤਾਂ ਚੇਂਜ ਕਰਦੇ ਆ ਜੀ ਇਸ ਨੂੰ। ਆਈ ਦਿੱਤਾ ਹੋਇਆ ਫਰਸਟ ਪਰਸਨ ਹੈ ਤਾਂ ਇਹ ਅਕੋਰਡਿੰਗ ਟੂ ਸਬਜੈਕਟ ਚੇਂਜ ਹੋਏਗਾ। ਤਾਂ ਇਸ ਦੇ ਵਿੱਚ ਰਿਪੋਰਟਡ ਵਰਬ ਜੋ ਹੈ ਉਸ ਦਾ ਜੋ ਸਬਜੈਕਟ ਹੈ ਉਹ ਹੈ ਕਸਟਮਰ, ਕਸਟਮਰ ਮਤਲਬ ਹੀ। The customer told that he got that gift coupon the previous day and asked if he could redeem it there. Then salesperson, yes sir you can, salesperson ਕਹਿੰਦਾ ਵੀ ਹਾਂਜੀ ਸਰ ਤੁਸੀਂ ਕਰ ਸਕਦੇ ਹੋ। ਤਾਂ salesperson told that he could, you can, you second person ਹੈ ਤਾਂ ਇਸ ਦੇ object ਦੇ ਨਾਲ ਚੇਂਜ ਹੋਏਗਾ। salesperson ਕਿਸ ਨੂੰ ਕਹਿ ਰਿਹਾ, ਕਸਟਮਰ ਨੂੰ, ਤਾਂ ਕਸਟਮਰ ਨੂੰ ਆਪਾਂ ਹੀ ਕਹਿਤਾ। ਨੈਕਸਟ ਹੈ ਕਸਟਮਰ, ਡੂ ਯੂ ਫੋਲੋ ਐਨ ਐਕਸਚੇਂਜ ਐਂਡ ਰਿਫੰਡ ਪੋਲਿਸੀ। ਤਾਂ ਕਸਟਮਰ ਪੁੱਛ ਰਿਹਾ ਹੁਣ, ਆਸਕਿੰਗ ਤਾਂ ਆਸਕ ਕਰ ਰਿਹਾ। ਇਫ ਆਈ ਫੋਲੋਡ ਐਨ ਐਕਸਚੇਂਜ ਐਂਡ ਰਿਟਰਨ ਪੋਲਿਸੀ, ਤਾਂ ਇੱਦਾਂ ਕਰਕੇ ਆਪਾਂ ਕਨਵਰਟ ਕਰਨੇ ਆ। ਇਹ ਰਾਜੇ ਮੈਂ ਇੱਕ ਵਾਰੀ ਸਾਰੇ ਸਕਰੀਨ 'ਤੇ ਸ਼ੋਅ ਕਰ ਦਿੰਦਾ ਤਾਂ ਤੁਸੀਂ ਵੀਡੀਓ ਪੌਜ਼ ਕਰਕੇ ਇਹਨਾਂ ਦੇ ਆਨਸਰ ਨੋਟ ਕਰ ਲਿਓ। ਤਾਂ ਆਈ ਹੋਪ ਕਿ ਇਹ ਕਨਵਰਜ਼ਨ ਤੁਹਾਨੂੰ ਸਮਝ ਆ ਚੁੱਕੀ ਹੋਏਗੀ। ਤਾਂ ਦੇਖੋ ਇਹਨਾਂ ਨੂੰ ਕਰਨ ਦਾ ਤਾਂ ਫਾਇਦਾ ਜੇ ਤੁਸੀਂ ਰੂਲਸ ਨੂੰ ਧਿਆਨ ਨਾਲ ਕਰੋਗੇ, ਜੇ ਧਿਆਨ ਨਾਲ ਕਰੋਗੇ ਤਾਂ ਇਹ ਬਹੁਤ ਹੀ ਈਜ਼ੀ ਲੱਗਣਗੇ ਤੁਹਾਨੂੰ। ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਆਈ ਹੋਪ ਕਿ ਸਮਝ ਆ ਗਿਆ ਹੋਵੇਗਾ ਤੁਹਾਨੂੰ। ਟਿਲ ਦੈਨ ਟੇਕ ਕੇਅਰ, ਬਾਏ ਬਾਏ ਐਂਡ ਸਟੇ ਸੇਫ।